Education is not the amount of information that is put in the human brain. It must have man making, character making, and life building. ਦੋਸਤੋ, ਕਿਸੇ ਸੱਜਣ ਨੇ ਪੁੱਛਿਆ ਸੀ ਕਿ ਸਤੀਆਂ ਕੀ ਹੁੰਦੀਆਂ ਹਨ। ਜਠੇਰਿਆਂ ਦੀ ਜਾਣਕਾਰੀ ਲਈ ਵੀਡੀਓ ਬਣਾਈ ਗਈ ਸੀ। ਤਾਂ ਉਸੇ ਤਰ੍ਹਾਂ ਸਤੀਆਂ ਵੀ ਤਾਂ ਬਹੁਤ ਸਾਰੇ ਪਰਿਵਾਰਾਂ ਵੰਸ਼ਾਂ ਵਿੱਚ ਪੂਜੀਆਂ ਜਾਂਦੀਆਂ ਹਨ। ਜਿਹੜੇ ਲੋਕ ਇਹਨਾਂ ਪੁਰਾਤਨ ਪਰੰਪਰਾਵਾਂ ਨੂੰ ਛੱਡ ਚੁੱਕੇ ਹਨ, ਉਹਨਾਂ ਲਈ ਇਹ ਰੋਚਕ ਵਿਸ਼ਾ ਤਾਂ ਹੁੰਦਾ ਹੀ ਹੈ ਕਿ ਇਹ ਸਤੀਆਂ ਕੀ ਹਨ, ਕਿਉਂ ਲੋਕ ਪੂਜਦੇ ਹਨ। ਕਈ ਥਾਵਾਂ ਤੇ ਕਈ ਗੋਤਰਾਂ ਪਰਿਵਾਰਾਂ ਦੇ ਮੇਲੇ ਲੱਗਦੇ ਹਨ, ਜਿਨ੍ਹਾਂ ਦੀਆਂ ਜਿੱਥੇ ਸਤੀਆਂ ਹੁੰਦੀਆਂ ਹਨ, ਜਿੱਥੇ ਥਾਂ ਹੁੰਦੀ ਹੈ। ਇਹਨਾਂ ਮੇਲਿਆਂ ਨੂੰ ਦੇਖ ਕੇ ਬਾਕੀਆਂ ਵਿੱਚ ਉਤਸੁਕਤਾ ਤਾਂ ਪੈਦਾ ਹੁੰਦੀ ਹੀ ਹੈ ਕਿ ਇਹ ਸਤੀਆਂ ਕੀ ਹਨ, ਕਿਉਂ ਪੂਜਦੇ ਹਨ ਇਹ ਲੋਕ, ਜਾਂ ਪੂਜਣੀਆਂ ਚਾਹੀਦੀਆਂ ਹਨ ਜਾਂ ਨਹੀਂ। ਜਾਂ ਕਈ ਸੋਚਦੇ ਹਨ ਕਿ ਜਠੇਰੇ ਵੱਡੇ ਹਨ ਕਿ ਸਤੀਆਂ। ਇਹਨਾਂ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਲੈਣ ਦੀ ਕੋਸ਼ਿਸ਼ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਤੁਹਾਡੇ ਵਿੱਚੋਂ ਕਈਆਂ ਨੇ ਸੁਣਿਆ ਹੋਵੇਗਾ ਕਿ ਸਾਡੇ ਗੋਤਰ ਵੰਸ਼ ਵਿੱਚ ਸਤੀ ਮਾਤਾ ਪੂਜਦੇ ਹਨ। ਕਈ ਕਹਿੰਦੇ ਸੁਣੇ ਹੋਣੇ ਕਿ ਸਾਡੇ ਵੰਸ਼ ਗੋਤਰ ਨੂੰ ਸਤੀ ਲੱਗੀ ਹੋਈ ਹੈ। ਕੁੱਲ ਮਿਲਾ ਕੇ ਮੰਨਣ ਦੇ ਕਾਰਨ ਅੱਡ-ਅੱਡ ਹੁੰਦੇ ਹੋਏ ਵੀ ਇੱਕ ਹੋ ਜਾਂਦੇ ਹਨ ਇਸ ਗੱਲ ਤੇ ਆ ਕੇ ਕਿ ਉਹ ਆਪਣੇ ਵੰਸ਼ ਪਰਿਵਾਰ ਦੀ ਸੁੱਖ ਮਨਾਉਣ ਲਈ ਸਤੀਆਂ ਜਠੇਰੇ ਪੂਜਦੇ ਹਨ। ਜਿਵੇਂ ਜਠੇਰਿਆਂ ਵਿੱਚ ਵਿਆਹ, ਸ਼ਾਦੀ, ਬੱਚਾ, ਪੁੱਤਰ ਜੰਮਣ ਆਦਿ ਦੇ ਮੌਕੇ ਤੇ ਮੱਥਾ ਟੇਕਣ ਜਾ ਕੇ ਇੱਕ ਜ਼ਰੂਰੀ ਅਤੇ ਸ਼ੁਭ ਕੰਮ ਮੰਨਿਆ ਜਾਂਦਾ ਹੈ, ਉਵੇਂ ਹੀ ਸਤੀਆਂ ਦੇ ਸਥਾਪਿਤ ਸਥਾਨਾਂ ਤੇ ਜਾ ਕੇ ਵੀ ਇਹ ਕੰਮ ਕੀਤੇ ਜਾਂਦੇ ਹਨ। ਹਿੰਦੂ ਮਤ ਜਾਂ ਪੁਰਾਤਨ ਮਤ ਦੀ ਮਾਨਤਾ ਅਨੁਸਾਰ ਜਠੇਰੇ ਪਰਿਵਾਰਾਂ ਗੋਤਰਾਂ ਤੱਕ ਹੀ ਸੀਮਿਤ ਹੁੰਦੇ ਹਨ। ਆਪਣੇ ਪਰਿਵਾਰ ਉਸ ਗੋਤਰ ਦੇ, ਜਾਤ ਦੇ, ਉਹਨਾਂ ਦੀ ਮਾਨਤਾ ਤੱਕ ਹੀ ਇਹ ਸੀਮਿਤ ਹੁੰਦੇ ਹਨ। ਬਿਲਕੁਲ ਇੰਜ ਹੀ ਸਤੀਆਂ ਨਾਲ ਵੀ ਹੁੰਦਾ ਹੈ। ਜਠੇਰੇ ਹੋਣ ਜਾਂ ਸਤੀਆਂ, ਇਹ ਉਹ ਰੂਹਾਂ ਹੁੰਦੀਆਂ ਹਨ ਜੋ ਪਿੱਛੇ ਗੁਜ਼ਰ ਚੁੱਕੀਆਂ ਉਹਨਾਂ ਜਾਤਾਂ ਗੋਤਰਾਂ ਦੀਆਂ ਸਿਰਮੌਰ ਰੂਹਾਂ ਵਿੱਚੋਂ ਇੱਕ ਮੰਨੀਆਂ ਜਾਂਦੀਆਂ ਹਨ। ਲਗਭਗ ਕਹੋ ਜਾਂ ਬਹੁਤ ਹੱਦ ਤੱਕ ਜਿੱਥੇ ਜਠੇਰੇ ਪੂਜੇ ਜਾਂਦੇ ਹਨ, ਉੱਥੇ ਸਤੀਆਂ ਨਹੀਂ ਪੂਜੀਆਂ ਜਾਂਦੀਆਂ। ਜਿੱਥੇ ਸਤੀਆਂ ਪੂਜਣ ਹੁੰਦਾ ਹੈ, ਉਹਨਾਂ ਵੰਸ਼ਾਂ ਵਿੱਚ ਜਠੇਰੇ ਨਹੀਂ ਪੂਜੇ ਜਾਂਦੇ। ਓਪਸ਼ਨਲ ਕੁਝ ਮਾਨਤਾਵਾਂ ਹੋਣ ਦੀ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਪਰ ਜ਼ਿਆਦਾਤਰ ਅਕਸਰ ਇੱਕ ਹੀ ਜਠੇਰੇ ਜਾਂ ਸਤੀ ਮੰਨੇ ਪੂਜੇ ਜਾਂਦੇ ਹਨ। ਆਮ ਮੰਨਿਆ ਜਾਂਦਾ ਹੈ ਕਿ ਇਹ ਵੰਸ਼ ਪਰਿਵਾਰ ਜਿਸ ਜਾਤ ਨਾਲ ਸੰਬੰਧਿਤ ਹੁੰਦੇ ਹਨ, ਉਹਨਾਂ ਦੀ ਬੇਲ ਮਤਲਬ ਪੀੜ੍ਹੀ ਤੋਂ ਹੀ ਹੋਏ ਮੰਨੇ ਜਾਂਦੇ ਹਨ। ਇਹ ਉੱਚ ਰੂਹਾਂ ਆਪਣੇ ਵੰਸ਼ ਦੀ ਸੁੱਖ ਸਮਰਿੱਧੀ ਦਾ ਵਰਦਾਨ ਆਸ਼ੀਰਵਾਦ ਦੇਣ ਵਿੱਚ ਸਮਰੱਥ ਮੰਨੀਆਂ ਜਾਂਦੀਆਂ ਹਨ। ਉਮੀਦ ਹੈ ਹੁਣ ਤੱਕ ਇਹਨਾਂ ਨੂੰ ਮੰਨਣ ਵਾਲਿਆਂ ਲਈ ਇਹਨਾਂ ਦੀ ਕੀ ਇੰਪੋਰਟੈਂਸ ਹੈ ਇਹ ਸਮਝ ਆ ਗਈ ਹੋਵੇਗੀ। ਚਲੋ ਹੁਣ ਸਤੀਆਂ ਕੀ ਹੁੰਦੀਆਂ ਹਨ ਉਹ ਜਾਣਦੇ ਹਾਂ। ਸਤੀ ਭਾਰਤੀ ਪਰੰਪਰਾ ਵਿੱਚ ਉਹ ਨਾਰੀ, ਉਹ ਮਹਾਨ ਪਤੀਵ੍ਰਤਾ ਨਾਰੀ ਜੋ ਪਤੀ ਨਾਲ ਆਪਣੇ ਸੰਬੰਧ ਸਿਰਫ ਪਤੀ ਨਾ ਹੋ ਕੇ ਉਹਨਾਂ ਵਾਂਗ ਅਰਧਾਂਗਣੀ ਵਾਲਾ ਸੱਚਮੁੱਚ ਹੀ ਸੰਬੰਧ ਰੱਖਦੀਆਂ ਸਨ। ਪਤੀ ਪ੍ਰੇਮ ਦੀ ਉਹ ਅਵਸਥਾ ਜਿਸ ਵਿੱਚ ਸਿਰਫ ਪਤੀ ਇੱਕ ਪਤੀ ਨਾ ਹੋ ਕੇ ਪਤੀ ਪਰਮੇਸ਼ਵਰ ਹੁੰਦਾ ਸੀ। ਸਮਝਣ ਲਈ ਸਨਾਤਨ ਹਿੰਦੂ ਮਤ ਦੀ ਪਹਿਲੀ ਸਤੀ ਕੌਣ ਸਨ, ਉਹਨਾਂ ਦੀ ਉਦਾਹਰਨ ਰਾਹੀਂ ਜਾਣਦੇ ਹਾਂ। ਭਗਵਾਨ ਸ਼ਿਵ ਦੀ ਪਤਨੀ ਮਾਂ ਪਾਰਵਤੀ, ਰਾਜਾ ਦਕਸ਼ ਦੀ ਕੰਨਿਆ ਮਾਂ ਪਾਰਵਤੀ, ਉਹ ਸਨ ਪਹਿਲੇ ਸਤੀ। ਆਪਣੇ ਪਤੀ ਸ਼ਿਵ ਦਾ ਮਜ਼ਾਕ ਅਪਮਾਨ ਬਰਦਾਸ਼ਤ ਨਾ ਕਰਦੇ ਹੋਏ ਲਿਖਿਆ ਮਿਲਦਾ ਹੈ ਕਿ ਉਹ ਇੱਕ ਵੱਡੇ ਹਵਨ ਕੁੰਡ ਵਿੱਚ ਅਗਨੀ ਪ੍ਰਵੇਸ਼ ਕਰ ਗਏ ਅਤੇ ਆਪਣੀ ਦੇਹ ਦਾ ਤਿਆਗ ਕਰ ਦਿੱਤਾ ਪਤੀ ਦਾ ਅਪਮਾਨ ਸੁਣਨ ਦੀ ਥਾਂ। ਮਤਲਬ ਆਪਣੇ ਹੀ ਪਰਿਵਾਰ ਵਿੱਚ ਪਿਤਾ ਦੁਆਰਾ ਆਪਣੇ ਪਤੀ ਦਾ ਅਪਮਾਨ ਸੁਣਨ ਸਹਿਣ ਦੀ ਥਾਂ ਉਹਨਾਂ ਸਰੀਰ ਤਿਆਗਣਾ ਹੀ ਬਿਹਤਰ ਮੰਨਿਆ। ਉਹ ਸਨ ਸਤੀ। ਇਤਿਹਾਸ ਮਿਥਿਹਾਸ ਪੁਰਾਣਿਕ ਕਥਾਵਾਂ ਅਨੁਸਾਰ ਪਹਿਲੇ ਸਤੀ ਮਾਂ ਸਤੀ। ਸਤੀ ਪ੍ਰਤੀਕ ਹੈ ਉਸ ਸ਼ਬਦ ਦਾ, ਉਹਨਾਂ ਭਾਵਨਾਵਾਂ ਦਾ ਜੋ ਉਪਰੋਕਤ ਕਹਾਣੀ ਵਿੱਚ ਹੁਣੇ ਦੱਸਿਆ ਗਿਆ ਹੈ। ਪਤੀ ਪ੍ਰੇਮ ਦੀ ਉੱਚ ਅਵਸਥਾ ਹੈ ਸਤੀ। ਅਕਸਰ ਆਪਣੇ ਪਤੀ ਦੀ ਮੌਤ ਅਤੇ ਵਿਛੋੜੇ ਦੇ ਦੁੱਖ ਸਦਮੇ ਕਾਰਨ ਜਿਹੜੀਆਂ ਇਸਤਰੀਆਂ ਜਿਨ੍ਹਾਂ ਦੀ ਮੌਤ ਹੋ ਜਾਂਦੀ ਸੀ, ਉਹਨਾਂ ਨੂੰ ਵੀ ਸਤੀ ਵਾਂਗੂ ਹੀ ਸ਼੍ਰੇਸ਼ਟ ਪ੍ਰੇਮਗਾਮੀ ਕਹਿ ਕੇ ਸਨਮਾਨਿਆ ਜਾਂਦਾ ਸੀ। ਹਿੰਦੂ ਮਤ ਵਿੱਚ ਯੋਗ ਤਪ ਦੀ ਬੜੀ ਮਾਨਤਾ ਹੈ। ਜਿਹੜੀਆਂ ਪਤੀ ਵਿਯੋਗ ਮੌਤ ਤੇ ਇੰਜ ਸਰੀਰ ਛੱਡ ਦਿੰਦੀਆਂ ਸਨ, ਉਹਨਾਂ ਨੂੰ ਹੀ ਸਤੀ ਕਹਿ ਕੇ ਮੰਨਿਆ ਜਾਂਦਾ ਸੀ। ਇਹ ਉਹ ਹੀ ਮਹਾਨ ਰੂਹਾਂ ਹਨ, ਉਹ ਸਤੀਆਂ ਹਨ ਜਿਨ੍ਹਾਂ ਨੂੰ ਜ਼ਿਆਦਾਤਰ ਅੱਜ ਵੀ ਸਤੀਆਂ ਮੰਨ ਕੇ ਪੂਜਿਆ ਜਾਂਦਾ ਹੈ। ਇੱਥੇ ਯਾਦ ਰੱਖੋ ਕਿ ਇਹ ਸਭ ਨਾਲ ਨਹੀਂ ਹੁੰਦਾ ਸੀ। ਜਿਵੇਂ ਉਦਾਹਰਨ ਲਈ ਰਮਾਇਣ ਵਿੱਚ ਰਾਜਾ ਦਸ਼ਰਥ, ਰਾਮਚੰਦਰ ਜੀ ਦੇ ਪਿਤਾ ਜੀ, ਭਗਵਾਨ ਰਾਮ ਦੇ ਪਿਤਾ, ਉਹਨਾਂ ਦੀਆਂ ਮਾਤਾਵਾਂ ਦਸ਼ਰਥ ਜੀ ਦੀ ਮੌਤ ਤੋਂ ਬਾਅਦ ਵੀ ਜਿਉਂਦੀਆਂ ਸਨ। ਮਹਾਭਾਰਤ ਵਿੱਚ ਕੁੰਤੀ, ਪਾਂਡਵਾਂ ਦੀ ਮਾਤਾ ਕੁੰਤੀ, ਉਹ ਵੀ ਤਾਂ ਸਤੀ ਨਹੀਂ ਹੋਈ।
ਪਰ ਕੀ ਉਹਨਾਂ ਦੀ ਮਹਾਨਤਾ ਜਾਂ ਸਨਮਾਨ ਕਿਸੇ ਤੋਂ ਘੱਟ ਹੈ? ਜਵਾਬ ਸਭ ਦਾ ਹੋਵੇਗਾ ਨਹੀਂ। ਪਰ ਸਤੀ ਦਾ ਗੰਦਾ ਰੂਪ ਵੀ ਸਮਾਜ ਮੂਹਰੇ ਸਾਹਮਣੇ ਆਇਆ ਸੀ, ਜੋ 14ਵੀਂ-15ਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ। ਅਕਸਰ ਤੁਸੀਂ ਸੁਣਿਆ ਹੋਵੇਗਾ ਜੌਹਰ ਬਾਰੇ। ਉਸ ਕਾਲਖੰਡ ਵਿੱਚ ਜੋ ਹਮਲੇ ਹੋਏ, ਉਹਨਾਂ ਵਿੱਚੋਂ ਬਹੁਤੇ ਹਮਲੇ ਮੁਸਲਮਾਨਾਂ ਦੇ ਸਨ, ਜੋ ਇਸਲਾਮ ਨੂੰ ਮੰਨਦੇ ਸਨ। ਉਹਨਾਂ ਦੇ ਮਤ ਅਨੁਸਾਰ ਵੂਮਨ ਨਾਰੀ ਨੂੰ ਲੁੱਟ ਦਾ ਮਾਲ ਮੰਨਿਆ ਜਾਂਦਾ ਸੀ। ਉਹਨਾਂ ਦੇ ਅਕੀਦੇ ਮੁਤਾਬਕ, ਕੁਰਾਨ ਅਤੇ ਹਦੀਸਾਂ ਮੁਤਾਬਕ ਉਹਨਾਂ ਨੂੰ ਲੁੱਟਣਾ, ਬੇਪਤ ਕਰਨਾ ਜਾਂ ਲੋਂਡੀ ਬਣਾ ਕੇ ਰੱਖਣਾ, ਵੇਚਣਾ ਜਾਂ ਜ਼ਬਰ ਜਨਾਹ ਕਰਨਾ ਮਨਾ ਨਹੀਂ ਸੀ। ਇੱਥੋਂ ਤੱਕ ਕਿ ਮੁਰਦਾ ਨਾਰੀ ਦੇ ਸਰੀਰ ਨਾਲ ਜ਼ਬਰ ਜਨਾਹ ਕਰਨ ਦੀ ਵੀ ਇਜਾਜ਼ਤ ਦਿੰਦਾ ਸੀ ਉਹਨਾਂ ਦਾ ਧਰਮ। ਇਸ ਤੋਂ ਹੀ ਬਚਣ ਲਈ ਉਸ ਕਾਲਖੰਡ ਵਿੱਚ ਜਦੋਂ ਜੰਗ ਵਿੱਚ ਹਾਰ ਦੀ ਪੂਰੀ ਸੰਭਾਵਨਾ ਹੁੰਦੀ ਸੀ ਤਾਂ ਖਾਸ ਕਰ ਰਾਜਪੂਤਾਨੇ ਵਿੱਚ, ਉੱਥੇ ਸ਼ਾਹੀ ਪਰਿਵਾਰ ਅਤੇ ਉੱਚ ਸਨਮਾਨਿਤ ਵਰਗ ਦੀਆਂ ਮਹਿਲਾਵਾਂ ਆਪਣੇ ਪਤੀ ਦੇ ਜੰਗ ਵਿੱਚ ਜਾਣ ਤੋਂ ਪਹਿਲਾਂ ਜੌਹਰ ਕਰਦੀਆਂ ਸਨ। ਮਤਲਬ ਜਿਉਂਦੇ ਜੀ ਅੱਗ ਵਿੱਚ ਸੜ ਮਰਨਾ, ਆਪਣੇ ਆਪ ਨੂੰ ਸਮੂਹਿਕ ਰੂਪ ਵਿੱਚ ਅੱਗ ਵਿੱਚ ਸੁੱਟ ਦੇਣਾ ਜਾਂ ਕਹੋ ਜੌਹਰ ਕਰਨਾ, ਤਾਂ ਜੋ ਪਤੀ ਫਿਰ ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਪਿੱਛੇ ਹੋਣ ਵਾਲੀ ਬੇਪਤੀ ਦੀ ਫਿਕਰ ਛੱਡ ਕੇ ਆਪਣੀ ਮੌਤ ਤੱਕ ਲੜ ਮਰਨ ਲਈ ਮਾਨਸਿਕ ਰੂਪ ਵਿੱਚ ਤਿਆਰ ਹੋ ਕੇ ਜੰਗ ਉੱਤੇ ਜਾ ਸਕੇ। ਉਸ ਵੇਲੇ ਉਹਨਾਂ ਕੋਲ ਗਵਾਉਣ ਲਈ ਅਪਮਾਨ ਨੂੰ ਕੁਝ ਵੀ ਬਾਕੀ ਨਹੀਂ ਬਚਿਆ ਹੁੰਦਾ ਸੀ। ਸਿਰਫ ਉਦੇਸ਼ ਹੁੰਦਾ ਸੀ ਮਰਨਾ ਅਤੇ ਜੰਗ ਕਰਦੇ ਹੋਏ ਆਖਰੀ ਸਾਹ ਤੱਕ ਮਰਨਾ। ਉਸ ਕਾਲਖੰਡ ਵਿੱਚ ਜਿਹੜੀਆਂ ਮਹਿਲਾਵਾਂ ਇੰਜ ਜੌਹਰ ਕਰਦੀਆਂ ਸਨ, ਉਹਨਾਂ ਨੂੰ ਬਾਕੀ ਸਮਾਜ ਵਿੱਚ ਬੜੀ ਇੱਜ਼ਤ ਮਿਲਦੀ ਸੀ। ਬੇਸ਼ੱਕ ਇਹ ਮਰਨ ਤੋਂ ਬਾਅਦ ਹੀ ਹੁੰਦਾ ਸੀ। ਉਹਨਾਂ ਨੂੰ ਦੇਵੀ ਵਾਂਗ ਪੂਜਿਆ ਤੱਕ ਜਾਂਦਾ ਸੀ। ਬਸ ਇਸੇ ਦੀ ਹੀ ਨਕਲ ਤੇ ਕਈ ਪਤੀ ਦੇ ਮਰਨ ਤੇ ਜ਼ਬਰਦਸਤੀ ਪਤੀ ਨੂੰ ਵੀ ਜਿਉਂਦੇ ਸਾੜ ਕੇ ਉਸ ਦਾ ਦਰਜਾ ਜੌਹਰ ਵਾਲਾ ਕਰਨ ਲਈ ਇਹ ਕੰਮ ਕਰਨ ਲੱਗ ਪਏ ਸਨ। ਉਹ ਦਰਜਾ ਜੌਹਰ ਕਰਨ ਵਾਲੀਆਂ ਉਹਨਾਂ ਮਹਾਨ ਮਹਿਲਾਵਾਂ, ਉਹਨਾਂ ਵਰਗੀ ਇੱਜ਼ਤ ਸਮਾਜ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ, ਜੋ ਉਸ ਵੇਲੇ ਬਹੁਤ ਵੱਡੀ ਕੁਪ੍ਰਥਾ ਵੀ ਬਣ ਗਈ ਸੀ। ਇਹਨਾਂ ਨੂੰ ਜ਼ਬਰਦਸਤੀ ਮਾਰ ਕੇ ਸਤੀ ਕਹਿਣ ਦਾ ਗੁਨਾਹ ਵੀ ਹੁੰਦਾ ਹੀ ਰਿਹਾ ਹੈ। ਕਈ ਮਹਿਲਾਵਾਂ ਨੂੰ ਜ਼ਬਰਦਸਤੀ ਪਤੀ ਦੇ ਮਰਨ ਤੇ ਸਾੜਨਾ, ਜਿਉਂਦੇ ਜੀ ਸਾੜਨਾ, ਇਹ ਗੁਨਾਹ ਵੀ ਹੁੰਦਾ ਹੀ ਰਿਹਾ ਹੈ ਕੁਝ ਕਾਲਖੰਡ ਤੱਕ। ਇਹ ਵੀ ਸਮਾਜ ਦਾ ਇੱਕ ਕੋੜਾ ਸੱਚ ਹੈ। ਇਹ ਉਹ ਸਤੀਆਂ ਨਹੀਂ ਹਨ ਜੋ ਪੂਜੀਆਂ ਜਾਂਦੀਆਂ ਹਨ, ਜਿਨ੍ਹਾਂ ਪਰਿਵਾਰਾਂ, ਗੋਤਰਾਂ, ਜਾਤਾਂ ਵਿੱਚ ਕਹਿੰਦੇ ਨੇ ਮਾਨਤਾ ਹੈ ਕਿ ਜ਼ਬਰਦਸਤੀ ਲੱਗੀਆਂ ਹੋਈਆਂ ਹਨ। ਉੱਥੇ ਹੋ ਸਕਦਾ ਹੈ ਕਿ ਇਹੋ ਜਿਹੀਆਂ ਸਤੀਆਂ ਹੋਣ, ਪਰ 95% ਸਤੀਆਂ ਉਹ ਹਨ ਜੋ ਖੁਦ ਹੀ ਬਿਨਾਂ ਬਾਹਰੀ ਕੋਸ਼ਿਸ਼ ਦੇ ਪਤੀ ਵਿਯੋਗ ਵਿੱਚ, ਪ੍ਰੇਮ ਵਿੱਚ ਦੇਹ ਤਿਆਗ ਕਰ ਗਈਆਂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਵਿੱਚ ਲਿਖਿਆ ਹੈ ਕਿ ਸਤੀਆਂ ਉਹ ਹਨ ਜਿਹੜੀਆਂ ਉੱਚ ਜੀਵਨ, ਉੱਚ ਕਿਰਦਾਰ ਵਾਲਾ ਜੀਵਨ ਪਤੀ ਦੀ ਮੌਤ ਤੋਂ ਬਾਅਦ ਵੀ ਜਿਉਂਦੀਆਂ ਹਨ। ਉਹੀ ਸਤੀਆਂ ਹਨ, ਨਾ ਕਿ ਜਲ ਮਰਨਾ ਅੱਗ ਵਿੱਚ। ਸਤੀਆਂ ਪੂਜਣੀਆਂ ਚਾਹੀਦੀਆਂ ਹਨ ਜਾਂ ਨਹੀਂ, ਤਾਂ ਉਹਨਾਂ ਸਨਮਾਨਿਤ ਉੱਚ ਰੂਹਾਂ ਨੂੰ ਜੇ ਤੁਹਾਡੇ ਵੰਸ਼ ਪਰਿਵਾਰ ਵਿੱਚ ਮੰਨਣ ਦੀ ਪਰੰਪਰਾ ਹੈ ਤਾਂ ਸਨਮਾਨ ਦੇਣਾ ਹੀ ਚਾਹੀਦਾ ਹੈ। ਬਾਕੀ ਸਨਮਾਨ ਦੇਣਾ ਜਾਂ ਨਾ ਦੇਣਾ ਉਹ ਤੁਹਾਡਾ ਨਿੱਜੀ ਵਿਚਾਰ ਮਤ ਹੈ। ਇੱਥੇ ਯਾਦ ਰੱਖੋ, ਜਠੇਰੇ ਹੋਣ ਜਾਂ ਸਤੀਆਂ, ਇਹ ਸਿਰਫ ਪਰਿਵਾਰ, ਵੰਸ਼, ਗੋਤਰ ਤੱਕ ਹੀ ਸੀਮਿਤ ਹੁੰਦੀਆਂ ਹਨ। ਇਹ ਈਸ਼ਵਰ ਜਾਂ ਰੱਬ ਨਹੀਂ ਹਨ, ਪਰ ਮੰਨਣ ਵਾਲਿਆਂ ਲਈ ਉਹ ਰੱਬ ਦਾ ਹੀ ਇੱਕ ਰੂਪ ਹਨ। ਸਮਥਿੰਗ ਸਪੈਸ਼ਲ, ਮੋਰ ਦੈਨ ਯੂਜੂਅਲ ਹਿਊਮਨ ਬੀਇੰਗ। ਇਹ ਪਰਿਵਾਰਿਕ ਪਰੰਪਰਾਵਾਂ ਹਨ, ਮੰਨੋ ਜਾਂ ਨਾ ਮੰਨੋ, ਨਿੱਜੀ ਮਾਮਲਾ ਹੈ। ਬਿਲਕੁਲ ਉਵੇਂ ਹੀ ਜਿਵੇਂ ਤੁਹਾਡਾ ਆਸਤਿਕ ਜਾਂ ਨਾਸਤਿਕ ਹੋਣਾ ਤੁਹਾਡਾ ਨਿੱਜੀ ਮਾਮਲਾ ਹੀ ਹੁੰਦਾ ਹੈ। ਰੱਬ ਸਰਵ ਵਿਆਪੀ ਸਭ ਦਾ ਹੁੰਦਾ ਹੈ। ਜਠੇਰੇ ਸਤੀਆਂ ਸਿਰਫ ਵੰਸ਼ ਪਰਿਵਾਰ ਜਿਸ ਗੋਤਰ ਚੋਂ ਹੋਏ ਹੋਣ, ਸਿਰਫ ਉਹਨਾਂ ਤੱਕ ਹੁੰਦੇ ਹਨ। ਉਮੀਦ ਹੈ ਹੁਣ ਫਰਕ ਸਮਝ ਆ ਗਿਆ ਹੋਵੇਗਾ ਅਤੇ ਮੰਨਣੇ ਚਾਹੀਦੇ ਹਨ ਜਾਂ ਨਹੀਂ, ਇਸ ਦਾ ਵੀ ਜਵਾਬ ਮਿਲ ਹੀ ਗਿਆ ਹੋਵੇਗਾ। ਬਾਕੀ ਵੱਡਾ ਛੋਟਾ, ਜਠੇਰੇ ਵੱਡੇ ਕੀ ਸਤੀਆਂ, ਇਹ ਡਿਸਾਈਡ ਮੰਨਣ ਵਾਲਾ ਹੀ ਕਰਦਾ ਹੈ। ਆਪਣਾ ਪਿਓ, ਆਪਣਾ ਖਸਮ, ਕੀ ਕਹੋਗੇ? ਮੇਰੇ ਲਈ ਤਾਂ ਉਹ ਹੀ ਸਭ ਕੁਝ ਹੈ, ਸਭ ਤੋਂ ਚੰਗਾ। ਉਮੀਦ ਹੈ ਇਸ ਦਾ ਵੀ ਅਣਸਿੱਧਾ ਜਵਾਬ ਤਾਂ ਮਿਲ ਹੀ ਗਿਆ ਹੋਵੇਗਾ। ਭਾਵੇਂ ਵੀਡੀਓ ਕਾਫੀ ਵੱਡੀ ਹੋ ਗਈ ਹੈ, ਪਰ ਉਮੀਦ ਹੈ ਕੁਝ ਦਾ ਸਮਝਾਉਣ ਵਿੱਚ, ਦੱਸਣ ਵਿੱਚ ਕਾਮਯਾਬ ਹੋਇਆ ਹੋਵਾਂਗਾ। ਅੰਤ ਵਿੱਚ ਇਹ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਅਤੇ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹੋ ਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਧੰਨਵਾਦ।